ਇਮੀਗ੍ਰੇਸ਼ਨ ਗੁਰੂ ਵਿੱਚ ਤੁਹਾਡਾ ਸਵਾਗਤ ਹੈ ਜੀ। ਮੈਂ ਸਿਮਰਤ ਗਰੇਵਾਲ, ਮੇਰੇ ਵੱਲੋਂ ਆਪ ਸਭ ਨੂੰ ਸਤਿ ਸ੍ਰੀ ਅਕਾਲ। ਇੱਕ ਵਾਰ ਫੇਰ ਤੁਹਾਡੇ ਲਈ ਇਹ ਨਵੀਆਂ ਇਮੀਗ੍ਰੇਸ਼ਨ ਟਿਪਸ ਲੈ ਕੇ ਹਾਜ਼ਰ ਹਾਂ। ਸੋ ਅੱਜ ਦੀਆਂ ਜਿਹੜੀਆਂ ਨਵੀਆਂ ਤੇ ਤਾਜ਼ੀਆਂ ਇਮੀਗ੍ਰੇਸ਼ਨ ਟਿਪਸ ਤੁਹਾਡੇ ਤੱਕ ਪਹੁੰਚਾਉਣਗੇ ਆਈਸੀਸੀ ਇਮੀਗ੍ਰੇਸ਼ਨ ਤੋਂ ਮਨੂ ਦੱਤਾ ਜੀ, ਜਿਹੜੇ ਅੱਜ ਸਟੂਡੀਓ ਵਿੱਚ ਫਿਰ ਹਾਜ਼ਰ ਨੇ। ਤੇ ਸਭ ਤੋਂ ਪਹਿਲਾਂ ਉਹਨਾਂ ਦਾ ਕਰਦੇ ਹਾਂ ਸਵਾਗਤ, ਤਾਂ ਉਹਨਾਂ ਤੋਂ ਫਿਰ ਲਵਾਂਗੇ ਅੱਜ ਦੀਆਂ ਨਵੀਆਂ ਜਿਹੜੀਆਂ ਇਮੀਗ੍ਰੇਸ਼ਨ ਟਿਪਸ ਨੇ। ਮਨੂ ਜੀ, ਤੁਹਾਡਾ ਸਵਾਗਤ ਹੈ ਜੀ। ਥੈਂਕ ਯੂ ਵੈਰੀ ਮਚ ਸਿਮਰਤ ਸਾਹਿਬ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਤੇ ਆਈਸੀਸੀ ਇਮੀਗ੍ਰੇਸ਼ਨ ਦੀ ਸਮੁੱਚੀ ਟੀਮ ਵੱਲੋਂ ਸਾਰੇ ਹੀ ਦਰਸ਼ਕਾਂ ਦਾ ਨਿੱਘਾ ਸਵਾਗਤ ਐਂਡ ਥੈਂਕ ਯੂ ਵੈਰੀ ਮਚ ਸਿਮਰਤ ਜੀ। ਧੰਨਵਾਦ ਮਨੂ ਜੀ, ਅੱਜ ਫਿਰ ਆਉਣ ਲਈ। ਤੁਸੀਂ ਆਪਣੇ ਕਾਫੀ ਬਿਜ਼ੀ ਸਕੈਜੂਲ 'ਚੋਂ ਥੋੜ੍ਹਾ ਜਿਹਾ ਟਾਈਮ ਕੱਢਦੇ ਹੋ। ਅੱਛਾ, ਆਪਾਂ ਇੱਥੋਂ ਗੱਲ ਸ਼ੁਰੂ ਕਰਦੇ ਹਾਂ। ਤੇ ਜਿਹੜੇ ਹੁਣ ਮੇਰੇ ਖਿਆਲ ਕੋਈ ਨਵੀਂ ਅਪਡੇਟ ਆਈ ਹੈ, ਜਿਹੜੇ ਵਿਜ਼ਟਰ ਇੱਥੇ ਆਏ ਹੋਏ ਨੇ, ਜਦੋਂ ਉਹ ਵਰਕ ਪਰਮਿਟ ਲੈਂਦੇ ਨੇ ਤਾਂ ਉਹਦੇ ਵਿੱਚ ਕੋਈ ਤਬਦੀਲੀ ਕੀਤੀ ਹੈ ਸਰਕਾਰ ਨੇ? ਬਿਲਕੁਲ ਸਿਮਰਤ ਜੀ। ਓਕੇ, ਪਬਲਿਕ ਪਾਲਿਸੀ ਕੈਨੇਡਾ ਦੇ ਵਿੱਚ ਐਗਜ਼ਿਸਟ ਕਰਦੀ ਹੈ। ਐਜ਼ ਪਰ ਦੈਟ ਪਬਲਿਕ ਪਾਲਿਸੀ ਲਾਸਟ ਈਅਰ ਜਦੋਂ ਪੈਂਡੈਮਿਕ ਦਾ ਟਾਈਮ ਚੱਲਦਾ ਪਿਆ ਸੀਗਾ, ਉਦੋਂ ਉਲੀਕੀ ਗਈ ਸੀਗੀ ਜੀ। ਠੀਕ ਹੈ ਜੀ। ਸੋ ਬਿਕੋਜ਼ ਇੱਥੇ ਸਾਡੇ ਵਰਕਰਸ ਕਾਫੀ ਸ਼ਾਰਟੇਜਸ ਦੇ ਵਿੱਚ ਸੀਗੇ, ਸਾਡੇ ਬਹੁਤ ਸਾਰੇ ਬਿਜ਼ਨਸਮੈਨ ਦੇ ਕੋਲ ਬਿਜ਼ਨਸ ਰਨ ਕਰਨ ਵਾਸਤੇ ਵੀ ਵਰਕਰਸ ਨਹੀਂ ਸੀਗੇ। ਸੋ ਉਸ ਲੇਬਰ ਨੂੰ ਅਰੇਂਜ ਕਰਨ ਵਾਸਤੇ ਇੱਕ ਪਬਲਿਕ ਪਾਲਿਸੀ ਲੈ ਕੇ ਆਏ ਸੀ ਸਰਕਾਰ ਕਿ ਜਿੰਨੇ ਵੀ ਵਿਜ਼ਟਰ ਕੈਨੇਡਾ ਦੇ ਵਿੱਚ ਪ੍ਰੈਜ਼ੈਂਟ ਹੈਗੇ ਨੇ, ਜੇ ਉਹਨਾਂ ਨੂੰ ਕਿਸੇ ਕੈਨੇਡੀਅਨ EMPLOYER ਤੋਂ LMIA ਮਿਲ ਜਾਂਦਾ ਹੈਗਾ ਤੇ ਉਹ ਵਰਕ ਪਰਮਿਟ ਵਾਸਤੇ ਐਲੀਜੀਬਿਲਟੀ ਹੈਗੀ ਹੈ। ਠੀਕ ਹੈ। ਸੋ ਉਹ ਜਿਹੜਾ ਇੱਕ ਵਾਰੀ ਐਕਸਟੈਂਡ ਹੋ ਚੁੱਕੀ ਹੈ ਪਬਲਿਕ ਪਾਲਿਸੀ, ਤੇ 28 ਫਰਵਰੀ 2022 ਵਾਸ ਦਾ ਲਾਸਟ ਡੇਟ। ਹੁਣ ਦੁਬਾਰਾ ਐਕਸਟੈਂਡ ਕਰ ਦਿੱਤੀ ਗਈ ਹੈ ਫॉर 1 ਮੋਰ ਈਅਰ। ਅੱਛਾ ਜੀ। ਹਾਲੇ ਵੀ ਸਾਡੇ ਬਹੁਤ ਸਾਰੇ ਬਿਜ਼ਨੈਸਿਸ ਇਹੋ ਜਿਹੇ ਹੈਗੇ ਨੇ ਜਿੱਥੇ ਅਸੀਂ ਸ਼ਾਰਟੇਜਸ ਫੀਲ ਕਰ ਰਹੇ ਹਾਂ ਐਂਡ ਉਸ ਲੇਬਰ ਸ਼ਾਰਟੇਜਸ ਨੂੰ, ਬਿਕੋਜ਼ ਅਸੀਂ ਆਪਾਂ ਬਾਰ-ਬਾਰ ਗੱਲ ਕਰਦੇ ਆ ਰਹੇ ਹਾਂ ਕਿ 1 ਮਿਲੀਅਨ ਤੋਂ ਜ਼ਿਆਦਾ ਇਸ ਟਾਈਮ ਕੈਨੇਡੀਅਨ ਦੇ ਵਿੱਚ, ਕੈਨੇਡਾ ਦੇ ਵਿੱਚ ਵਰਕਰ ਸ਼ਾਰਟੇਜਸ ਹੈਗੀਆਂ। ਐਂਡ ਆਹ ਵਰਕ ਸ਼ਾਰਟੇਜਸ ਜਿਹੜੀਆਂ ਹੈਗੀਆਂ, ਵਰਕਰ ਸ਼ਾਰਟੇਜਸ ਹੌਸਪਿਟੈਲਿਟੀ ਇੰਡਸਟਰੀ ਦੀਆਂ, ਰੈਸਟੋਰੈਂਟ ਦੀਆਂ, ਹੋਟਲਸ ਦੀਆਂ ਹੈਗੀਆਂ ਜੀ, ਫਾਰਮ ਵਰਕਰਸ ਦੀਆਂ, ਕੰਸਟਰਕਸ਼ਨ ਵਰਕਰਸ ਦੀਆਂ, ਲੌਜਿਸਟਿਕਸ ਦੀਆਂ। ਉਸ ਤੋਂ ਬਾਅਦ ਅਸੀਂ ਹੈਲਥ ਕੇਅਰ ਨੂੰ ਟੱਚ ਕਰ ਲਈਏ। ਸੋ ਕਿਸੇ ਵੀ ਇੰਡਸਟਰੀ ਨੂੰ ਟੱਚ ਕਰ ਲਈਏ, ਹਰ ਇੰਡਸਟਰੀ, ਫੂਡ ਪ੍ਰੋਸੈਸਿੰਗ ਦੇ ਵਿੱਚ ਬੜੀਆਂ ਵੱਡੀਆਂ ਸ਼ਾਰਟੇਜਸ ਹੈਗੀਆਂ। ਸੋ ਉਸ ਸਾਰੀ ਸ਼ਾਰਟੇਜਸ ਨੂੰ ਦੇਖਦਿਆਂ ਹੋਇਆਂ ਆਹ ਡਿਸੀਜਨ ਲਿੱਤਾ ਗਿਆ ਕਿ ਆਹ ਜਿਹੜਾ ਪਬਲਿਕ ਪਾਲਿਸੀ ਹੈਗੀ ਐਕਸਟੈਂਡ ਕਰ ਦਿੱਤੀ ਗਈ ਹੈ। ਐਂਡ ਜਿਹੜੇ ਵੀ ਦੋਸਤ ਇਸ ਟਾਈਮ ਕੈਨੇਡਾ ਦੇ ਵਿੱਚ ਪ੍ਰੈਜ਼ੈਂਟ ਹੈਗੇ ਨੇ, ਦੇ ਸ਼ੁੱਡ ਗ੍ਰੈਬ ਦਿਸ ਓਪਰਚੁਨਿਟੀ। ਤੁਹਾਡੇ ਵਾਸਤੇ ਇਹ ਬੂਨ ਹੈਗਾ ਆ, ਕਹਿੰਦੇ ਵਰ ਮਿਲ ਗਿਆ ਜਿਹਨੂੰ, ਤੇ ਉਹ ਮਿਲ ਗਿਆ। ਸੋ ਜਿੰਨੇ ਵੀ ਦੋਸਤ ਕੈਨੇਡਾ ਦੇ ਪ੍ਰੈਜ਼ੈਂਟ ਹੈਗੇ ਹੋ ਐਂਡ ਤੁਸੀਂ ਇਹੋ ਜਿਹੀਆਂ ਆਪਸ਼ਨਸ ਲੱਭ ਰਹੇ ਹੋ, ਦਿਸ ਇਜ਼ ਐਨ ਓਪਰਚੁਨਿਟੀ ਫॉर ਯੂ। ਐਂਡ ਇੱਕ ਚੀਜ਼ ਦਾ ਖਿਆਲ ਰੱਖਿਆ ਜੇ ਕਿ ਜਿਹੜਾ ਦਾ ਐਕਸਪੀਰੀਅੰਸ ਸ਼ੋ ਕੀਤਾ ਬੈਕ ਹੋਮ, ਉਸ ਤਰ੍ਹਾਂ ਦੀ ਜੌਬ ਆਫਰ ਜੇ ਹੋਏਗੀ ਤਾਂ ਤੁਹਾਨੂੰ ਐਡਵਾਂਟੇਜ ਰਹੇਗਾ। ਅਦਰਵਾਈਜ਼ ਆਫਿਸਰ ਦੇ ਕੋਲ ਰਾਈਟ ਹੈਗਾ ਆ ਤੁਹਾਡੀ ਐਪਲੀਕੇਸ਼ਨ ਨੂੰ ਰਿਫਿਊਜ਼ ਕਰਨ ਦਾ, ਕਿਉਂਕਿ ਉਹ ਕਹੇਗਾ ਕਿ ਤੁਹਾਡੇ ਕੋਲ ਤਾਂ ਉਹੋ ਜਿਹਾ ਐਕਸਪੀਰੀਅੰਸ ਹੀ ਨਹੀਂ ਹੈਗਾ। ਹਾਂ, ਜਿਹੜੀਆਂ ਬੇਸਿਕ ਜੌਬਸ ਹੈਗੀਆਂ, ਹੈਲਪਰ ਜੌਬਸ ਹੈਗੀਆਂ, ਉਹਦੇ ਵਿੱਚ ਡੈਫੀਨਿਟਲੀ ਤੁਸੀਂ ਹਰ ਇੱਕ ਐਪਲੀਕੈਂਟ ਅਪਲਾਈ ਕਰ ਸਕਦਾ ਹੈ। ਅੱਛਾ ਮਨੂ ਜੀ, ਤੁਸੀਂ LMIA ਦੀ ਗੱਲ ਕੀਤੀ ਹੈ। ਸੋ ਇੱਥੇ ਇਸ ਤਰ੍ਹਾਂ ਦੀ ਵੀ ਕੋਈ ਆਪਸ਼ਨ ਹੈ ਵੀ ਕੋਈ ਇੱਥੇ ਆਇਆ ਹੋਵੇ ਤਾਂ ਉਹ ਵਰਕ ਪਰਮਿਟ ਲੈਣਾ ਚਾਹੁੰਦਾ ਹੋਵੇ ਪਰ LMIA ਨਾ ਲੈਣੀ ਪਵੇ ਉਹਨੂੰ? ਓਕੇ ਸਿਮਰਤ ਜੀ, ਇਹ ਕਾਫੀ ਜ਼ਿਆਦਾ ਅੱਜ ਦੀ ਤਰੀਕ ਦੇ ਵਿੱਚ ਚਰਚਾ ਦੇ ਵਿੱਚ ਹੈਗਾ ਕਿ LMIA ਐਗਜ਼ੈਂਪਟ ਵਰਕ ਪਰਮਿਟ ਕਿਸ ਤਰ੍ਹਾਂ ਮਿਲ ਸਕਦਾ ਹੈ। ਠੀਕ ਹੈ। ਇੱਕ ਕੈਟੇਗਰੀ ਹੈਗੀ ਜਿਹਨੂੰ ਅਸੀਂ ਕਹਿੰਦੇ ਇੰਟਰਨੈਸ਼ਨਲ ਮੋਬਿਲਿਟੀ ਕਲਾਸ। ਅੱਛਾ ਜੀ। ਇੰਟਰਨੈਸ਼ਨਲ ਮੋਬਿਲਿਟੀ ਕਲਾਸ ਦੇ ਅੰਡਰ ਜਿੰਨੇ ਵੀ ਵਰਕ ਪਰਮਿਟ ਗ੍ਰੈਂਟ ਕੀਤੇ ਜਾਂਦੇ ਨੇ ਉਹ LMIA ਐਗਜ਼ੈਂਪਟ ਹੁੰਦੇ ਨੇ। ਹੁਣ ਇਹਦੇ ਵਿੱਚ ਕਿਹੜੀ ਕੈਟੇਗਰੀਜ਼ ਆ ਗਈ? ਇਹਦੇ ਵਿੱਚ ਉਹ ਸਟੂਡੈਂਟਸ ਆ ਗਏ ਜਿਨ੍ਹਾਂ ਨੇ ਇੱਥੇ ਪੜ੍ਹਾਈ ਕੀਤੀ ਹੈ, ਉਸ ਤੋਂ ਬਾਅਦ ਓਪਨ ਵਰਕ ਪਰਮਿਟ ਮਿਲਣ ਜਾ ਰਿਹਾ ਉਹਨਾਂ ਨੂੰ, ਉਹ ਇੰਟਰਨੈਸ਼ਨਲ ਮੋਬਿਲਿਟੀ ਕਲਾਸ ਦੇ ਵਿੱਚ ਹੈਗਾ। ਹੁਣ ਉਹਨਾਂ ਦੇ ਸਪਾਊਸਸ ਜਿਹੜੇ ਹੈਗੇ ਨੇ ਉਹਨਾਂ ਨੂੰ ਵੀ ਡਿਪੈਂਡੈਂਟ ਓਪਨ ਵਰਕ ਪਰਮਿਟ ਮਿਲ ਜਾਂਦਾ ਹੈਗਾ, ਉਹ ਵੀ ਇਸੇ ਕਲਾਸ ਦੇ ਵਿੱਚ ਫਾਲ ਕਰਦੇ ਨੇ। ਉਸ ਤੋਂ ਬਾਅਦ ਜਿੰਨੇ ਵੀ ਫੋਰਨ ਵਰਕਰਸ ਹੈਗੇ ਨੇ ਉਹਨਾਂ ਦੇ ਸਪਾਊਸਸ ਵੀ ਇਸੇ ਕੈਟੇਗਰੀ ਦੇ ਵਿੱਚ ਫਾਲ ਕਰਦੇ ਨੇ। ਹੁਣ ਬੇਸਿਕਲੀ ਐਡਵਾਂਟੇਜ ਸਭ ਤੋਂ ਜ਼ਿਆਦਾ ਕਿਹਨੂੰ ਹੈਗਾ? ਜਿਹੜਾ ਭਾਈ, ਜਿਹੜਾ ਦੋਸਤ, ਜਿਹੜਾ ਐਂਟਰਪ੍ਰੈਨਿਓਰ, ਜਿਹੜਾ ਬਿਜ਼ਨਸਮੈਨ ਇੰਡੀਆ ਦੇ ਵਿੱਚ, ਪਾਕਿਸਤਾਨ ਦੇ ਵਿੱਚ, ਮਿਡਲ ਈਸਟ ਦੇ ਵਿੱਚ ਜਾਂ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਬੈਠਾ ਬਿਜ਼ਨਸ ਰਨ ਕਰ ਰਿਹਾ, ਉਹ ਇਸ ਪ੍ਰੋਗਰਾਮ ਦਾ ਫਾਇਦਾ ਚੱਕ ਸਕਦਾ ਹੈਗਾ। ਉਹ ਆਪਣੇ ਬਿਜ਼ਨਸ ਨੂੰ ਐਕਸਪੈਂਸ਼ਨ ਵਾਸਤੇ ਕੈਨੇਡਾ ਦੇ ਵਿੱਚ ਲੈ ਕੇ ਆ ਸਕਦਾ ਐਂਡ ਉਹਦੇ ਵਿੱਚ ਬਿਨਾਂ LMIA ਦੇ ਉਹ ਵਰਕ ਪਰਮਿਟ ਲੈ ਸਕਦੇ ਨੇ ਅੰਡਰ ਦਿਸ ਕੈਟੇਗਰੀ ਇੰਟਰਨੈਸ਼ਨਲ ਮੋਬਿਲਿਟੀ ਕਲਾਸ। ਇਹਨੂੰ ਅਸੀਂ ਕਹਿੰਦੇ ਆ ਇੰਟਰਾ ਕੰਪਨੀ ਟ੍ਰਾਂਸਫਰ ਵੀ ਕਹਿ ਲੈਂਦੇ ਆ। ਉਸ ਤੋਂ ਬਾਅਦ C11 ਵੀਜ਼ਾ ਵੀ ਕਹਿ ਲੈਂਦੇ ਆ। C11 ਕੈਟੇਗਰੀ ਹੈਗੀ ਜਿਹਦੇ ਵਿੱਚ ਆ ਸਾਰੀਆਂ ਚੀਜ਼ਾਂ ਫਾਲ ਕਰਦੀਆਂ ਹੈਗੀਆਂ। ਸੋ ਜਿੰਨੇ ਵੀ ਬਿਜ਼ਨਸਮੈਨ ਸਾਨੂੰ ਸੁਣ ਰਹੇ ਨੇ, ਤੁਸੀਂ ਇੰਡੀਆ ਦੇ ਵਿੱਚ ਕਿਤੇ ਵੀ ਬੈਠੇ ਬਿਜ਼ਨਸ ਕਰ ਰਹੇ ਹੋ ਐਂਡ ਯੂ ਵਾਂਟ ਟੂ ਕਮ ਟੂ ਕੈਨੇਡਾ, ਇਸ ਕੈਟੇਗਰੀ ਦੇ ਵਿੱਚ ਤੁਹਾਨੂੰ ਆਈਲੈਟਸ ਨਹੀਂ ਚਾਹੀਦੀ, ਤੁਹਾਡੀ ਏਜ ਜ਼ਿਆਦਾ ਡਜ਼ ਨਾਟ ਮੈਟਰ, ਐਜੂਕੇਸ਼ਨ ਹੈਗੀ ਹੈ ਨਹੀਂ ਹੈਗੀ ਡਜ਼ ਨਾਟ ਮੈਟਰ, ਤੁਸੀਂ ਇੰਟਾਈਟਲਡ ਹੈਗੇ ਹੋ ਵਰਕ ਪਰਮਿਟ ਵਾਸਤੇ ਐਂਡ ਤੁਹਾਡੀ ਫੈਮਿਲੀ ਨੂੰ ਵੀ ਡਿਪੈਂਡੈਂਟ ਵੀਜ਼ਾਸ ਗ੍ਰਾਂਟ ਕੀਤੇ ਜਾਂਦੇ ਨੇ ਇਸ ਕੈਟੇਗਰੀ ਦੇ ਅੰਡਰ ਐਂਡ ਤੁਹਾਡੇ ਸਪਾਊਸ ਨੂੰ ਓਪਨ ਵਰਕ ਪਰਮਿਟ ਮਿਲ ਜਾਂਦਾ, ਬੱਚਿਆਂ ਨੂੰ ਸਟੱਡੀ ਪਰਮਿਟ ਮਿਲ ਜਾਂਦਾ, ਦੇ ਕੈਨ ਗੋ ਟੂ ਸਕੂਲ ਵਿਦਆਊਟ ਸਪੈਂਡਿੰਗ ਅ ਸਿੰਗਲ ਡਾਈਮ। ਗ੍ਰੇਡ 12 ਤੱਕ ਉਹਨਾਂ ਦੀ ਐਜੂਕੇਸ਼ਨ ਫ੍ਰੀ ਹੈਗੀ ਹੈ ਐਂਡ ਸਾਰੇ ਬੈਨੀਫਿਟਸ ਵਗੈਰਾ ਮਿਲਦੇ ਨੇ। ਸੋ ਜਿੰਨੇ ਵੀ ਬਿਜ਼ਨਸਮੈਨ ਕੈਨੇਡਾ ਦੇ ਵਿੱਚ ਐਕਸਪੈਂਡ ਕਰਨਾ ਚਾਹੁੰਦੇ ਨੇ, ਦਿਸ ਇਜ਼ ਅ ਕੈਟੇਗਰੀ ਫॉर ਯੂ। ਹੁਣ ਇੱਕ ਚੀਜ਼ ਹੋਰ ਹੈਗੀ ਹੈ, EMPLOYEES ਜੇ ਓਨਰਸ ਦੇ ਨਾਲ ਹੁਣ ਬਹੁਤ ਸਾਰੇ ਫੈਮਿਲੀ ਰਨ ਬਿਜ਼ਨਸਿਸ ਹੈਗੇ ਨੇ, ਮਾਪਿਓ ਦੇ ਐਸਟੈਬਲਿਸ਼ ਕੀਤੇ ਹੋਏ, ਦਾਦਾ ਜੀ ਦੇ ਐਸਟੈਬਲਿਸ਼ ਕੀਤਾ ਜੁਆਇੰਟ, ਬਟ ਬੱਚੇ ਜਿਹੜੇ ਹੈਗੇ ਨੇ ਜਨਰਲ ਮੈਨੇਜਰ ਦੇ ਤੌਰ ਤੇ ਕੰਮ ਕਰ ਰਹੇ ਨੇ,
ਉਹ ਐਜ਼ ਅ ਜਨਰਲ ਮੈਨੇਜਰ ਜਿਹੜਾ ਵੀ EMPLOYEE 2 ਸਾਲ ਤੋਂ ਕੰਪਨੀ ਦੇ ਵਿੱਚ ਲੱਗਾ ਹੋਇਆ ਉਹ ਇਸ ਕੈਟੇਗਰੀ ਦੇ ਵਿੱਚ ਫਾਲ ਕਰ ਸਕਦਾ ਹੈਗਾ। ਉਹ ਇੱਥੇ ਆ ਕੇ ਐਂਡ 1 ਸਾਲ ਕੰਮ ਕਰਨ ਤੋਂ ਬਾਅਦ ਬਿਜ਼ਨਸ ਐਸਟੈਬਲਿਸ਼ ਕਰਨ ਤੋਂ ਬਾਅਦ ਉਹ PR ਵਾਸਤੇ ਵੀ ਉਹਨਾਂ ਦੀ ਕੁਆਲੀਫਿਕੇਸ਼ਨ ਬਣ ਸਕਦੀ ਹੈਗੀ ਹੈ। ਠੀਕ ਹੈ। ਅੱਛਾ ਮਨੂ ਜੀ, ਹੁਣ ਆਪਾਂ ਵਾਪਸ ਆਉਂਦੇ ਆ ਸਟੂਡੈਂਟਸ ਤੇ, ਕਿਉਂਕਿ ਸਟੂਡੈਂਟਸ ਦੀ ਕਾਫੀ ਵੱਡੀ ਜਿਹੜੀ ਗਿਣਤੀ ਹੈ ਕੈਨੇਡਾ ਵਿੱਚ ਹੈ ਤੇ ਉਹ ਵੀ ਵਿਚਾਰੇ ਦੇਖ ਰਹੇ ਨੇ ਵੀ ਕੀ ਸਾਡੇ ਲਈ ਆਪਸ਼ਨਸ ਅਵੇਲੇਬਲ ਨੇ, ਕਿਉਂਕਿ ਹਰੇਕ ਦੀ ਇਹ ਤਮੰਨਾ ਹੁੰਦੀ ਹੈ ਵੀ ਮੈਂ ਜੇ ਇੱਥੇ ਹੁਣ ਪੜ੍ਹਨ ਆਇਆ ਤੇ ਅਲਟੀਮੇਟਲੀ ਮੈਂ PR ਹੋਵਾਂ। ਸੋ ਸਟੂਡੈਂਟਸ ਲਈ ਕੀ ਆਪਸ਼ਨਸ ਨੇ? ਸਿਮਰਤ ਜੀ, ਬੱਚਿਆਂ ਦੀ ਤਾਂ ਚਾਹਤ ਹੈਗੀ, ਉਸ ਤੋਂ ਪਹਿਲਾਂ ਮਾਪਿਓ ਦੀ ਵੀ ਇੱਕ ਇੱਕ ਤਮੰਨਾ ਹੈਗੀ ਹੈ। ਐਂਡ ਐਸੇ ਕਰਕੇ ਆਹ ਕੈਟੇਗਰੀ ਇਹੋ ਜਿਹੀ ਹੈਗੀ ਜਿਹੜੀ ਸਾਡੇ ਦਿਲ ਤੋਂ ਸਭ ਤੋਂ ਕਲੋਜ਼ ਹੈਗੀ ਹੈ। ਉਹਦਾ ਰੀਜ਼ਨ ਹੈਗਾ ਕਿ ਬੱਚੇ ਤਾਂ ਇੱਥੇ ਆ ਕੇ ਮਿਹਨਤਾਂ ਕਰਦੇ ਹੀ ਕਰਦੇ ਨੇ, ਪੜ੍ਹਾਈਆਂ ਵੀ ਕਰਦੇ ਨੇ, ਜੌਬਸ ਵੀ ਕਰਦੇ ਨੇ, ਸਰਵਾਈਵਲ ਜੌਬਸ ਵੀ ਕਰਦੇ ਨੇ, ਐਂਡ ਇਵੈਂਚੁਅਲੀ ਪਰਮਾਨੈਂਟ ਰੈਜ਼ੀਡੈਂਸੀ ਲੈਣ ਤੋਂ ਬਾਅਦ ਐਸਟੈਬਲਿਸ਼ ਹੋਣਾ ਸ਼ੁਰੂ ਹੋ ਜਾਂਦੇ ਨੇ। ਬਟ ਨਾਲ ਦੀ ਨਾਲ ਉਹਨਾਂ ਦੇ ਪੇਰੈਂਟਸ ਇੰਡੀਆ ਬੈਠੇ ਜਾਂ ਕਿਸੇ ਹੋਰ ਕੰਟਰੀ 'ਚ ਬੈਠੇ ਉਹ ਬੱਚੇ ਨਾਲੋਂ ਵੀ ਜ਼ਿਆਦਾ ਮਿਹਨਤ ਕਰ ਰਹੇ ਹੁੰਦੇ ਨੇ। ਉਹਦਾ ਰੀਜ਼ਨ ਹੈਗਾ ਕਿ ਉਹ ਪਹਿਲਾਂ ਤਾਂ ਆਪਣੇ ਦਿਲ ਦਾ ਟੁਕੜਾ ਉਹਨਾਂ ਨੇ ਕੱਢ ਕੇ ਇੰਨੀ ਦੂਰ ਭੇਜਿਆ ਹੋਇਆ ਜੀ, ਐਂਡ ਉੱਥੇ ਦਾ ਉਹ ਤੇ ਘਰੋਂ ਬਾਹਰ ਤੱਤੀ ਵਾਹ ਨਹੀਂ ਲੱਗਣ ਦਿੰਦੇ। ਅਸੀਂ ਕਹਿੰਦੇ ਆ ਨਾ ਕਿ ਘਰੋਂ ਤੂੰ ਲਾਈਟ ਜਗਣ ਤੋਂ ਪਹਿਲਾਂ ਤੂੰ ਘਰ ਹੋਣਾ ਚਾਹੀਦਾ ਆ, ਕੁੜੀਆਂ ਵੀ ਵਾਸਤੇ ਵੀ ਅਸੀਂ ਤੇ ਇੱਕ ਤਾਂ ਦਿਲ ਦਾ ਟੁਕੜਾ ਉਹਨਾਂ ਨੇ ਭੇਜਿਆ ਹੋਇਆ। ਦੂਜੀ ਗੱਲ ਹੈਗੀ ਹੈ ਜੀ, ਬੱਚਿਆਂ ਦੇ ਨਾਲ ਨਾਲ ਉਹਨਾਂ ਨੇ ਆਪਣੇ ਸਾਰੀਆਂ ਉਮਰ ਦੀਆਂ ਸੇਵਿੰਗਸ ਕਮਾਈਆਂ ਲਗਾਈਆਂ ਹੋਈਆਂ ਜੀ। ਉਹ ਚਾਹੁੰਦੇ ਨੇ ਕਿ ਜਿਹੜੀ ਚੀਜ਼ ਉਹਨਾਂ ਨੂੰ ਹਾਸਲ ਨਹੀਂ ਹੋਈ ਉਹ ਬੱਚਿਆਂ ਨੂੰ ਐਸਟੈਬਲਿਸ਼ਮੈਂਟਸ 'ਚ ਉਹ ਮਿਲੇ। ਐਸੇ ਕਰਕੇ ਬੱਚਿਆਂ ਨੂੰ ਪੜ੍ਹਨ ਵਾਸਤੇ ਭੇਜਦੇ ਨੇ। ਸੋ ਮਾਪਿਓ ਦਾ ਵੀ ਇਕੁਅਲ ਰੋਲ ਹੈਗਾ। ਹੁਣ ਬਹੁਤ ਸਾਰੇ ਬੱਚੇ ਹੈਗੇ ਨੇ ਸਿਮਰਤ ਜੀ ਜਿਨ੍ਹਾਂ ਨੇ TR to PR ਦੀ ਐਪਲੀਕੇਸ਼ਨ ਲਗਾਈਆਂ ਸੀਗੀਆਂ ਉਸ ਟਾਈਮ ਤੇ, ਐਂਡ ਜੌਬਾਂ ਛੱਡ ਵੀ ਦਿੱਤੀਆਂ ਬਹੁਤ ਸਾਰੇ ਬੱਚਿਆਂ ਨੇ ਕਿ ਛੱਡ ਕੇ ਸਾਡੀ TR ਦੀ PR। ਹੁਣ ਹੋਇਆ ਕਿ 95,000 ਐਪਲੀਕੇਸ਼ਨਸ ਜਿਹੜੀਆਂ ਲੱਗੀਆਂ ਸੀਗੀਆਂ 2021 ਦੇ ਵਿੱਚ, ਉਹਦੇ ਵਿੱਚ 72,000 ਐਪਲੀਕੇਸ਼ਨਸ ਹਾਲੇ ਪੈਂਡਿੰਗ ਹੈਗੀਆਂ ਜਿਹੜੀਆਂ ਪ੍ਰੋਸੈਸ ਹੋਣੀਆਂ ਬਾਕੀ ਹੈਗੀਆਂ। ਐਂਡ ਉਹਦੇ ਵਿੱਚ ਵੀ ਬਹੁਤ ਸਾਰੀਆਂ ਐਪਲੀਕੇਸ਼ਨਸ ਇਹੋ ਜਿਹੀਆਂ ਹੋਈਆਂ ਕਿ ਜਿਹੜੇ ਗਲਿਚ ਦੇ ਕਰਕੇ ਉਹ ਫ੍ਰੈਂਚ ਸਟਰੀਮ ਦੇ ਵਿੱਚ ਚਲੀ ਗਈਆਂ, ਰਿਫਿਊਜ਼ ਹੋ ਗਈਆਂ ਜਾਂ ਕਿਸੇ ਗਲਤੀ ਕਾਰਨ ਹੋਈਆਂ, ਨੋਬਡੀ ਨੋਜ਼। ਅੱਜ ਦੀ ਤਰੀਕ ਦੇ ਵਿੱਚ ਉਹ ਬੱਚਿਆਂ ਨੇ ਉਸ ਤੋਂ ਬਾਅਦ ਜਿਨ੍ਹਾਂ ਨੂੰ ਇਨਵੀਟੇਸ਼ਨ ਵੀ ਉਹਨਾਂ ਨੇ ਡਿਕਲਾਈਨ ਕਰਤਾ ਕਿ ਸਾਡੀ ਤੇ TR to PR ਦੇ ਵਿੱਚ ਐਪਲੀਕੇਸ਼ਨ ਲੱਗ ਗਈ, ਸਾਨੂੰ ਲੋੜ ਹੀ ਨਹੀਂ ਹੈਗੀ। ਹੁਣ ਉਹ ਬੱਚੇ ਆਰ ਇਨ ਅ ਫਿਕਸ। ਐਂਡ ਬੱਚਿਓ ਇੱਕ ਚੀਜ਼ ਯਾਦ ਰੱਖਿਓ ਕਿ ਆਪਣੇ ਆਪ ਡਿਸੀਜਨ ਲੈਣ ਤੋਂ ਚੰਗਾ ਹੈਗਾ ਕਿਸੇ ਕੰਸਲਟੈਂਟ ਲਾਇਰ ਕੋਲ ਬੈਠ ਕੇ ਡਿਸੀਜਨ ਲਓ ਐਂਡ ਆਪਣੀ ਸਾਰੇ ਕੇਸ ਦੱਸੋ, ਆਪਣਾ ਸਾਰੇ ਸਰਕਮਸਟੈਂਸਿਸ ਦੱਸੋ, ਐਂਡ ਤਾਂ ਕਿ ਤੁਹਾਡਾ ਕੰਸਲਟੈਂਟ ਲਾਇਰ ਤੁਹਾਨੂੰ ਉਸੇ ਤਰ੍ਹਾਂ ਸੁਜੈਸਟ ਕਰ ਸਕੇ ਜਿਹੜਾ ਤੁਹਾਡੇ ਵਾਸਤੇ ਮੋਸਟ ਐਪਰੋਪਰੀਏਟ ਰਾਊਟ ਹੈਗਾ। ਹੁਣ ਬਹੁਤ ਸਾਰੇ ਬੱਚੇ ਸਿਮਰਤ ਜੀ ਇਹੋ ਜਿਹੇ ਵੀ ਹੈਗੇ ਨੇ ਜਿਨ੍ਹਾਂ ਦਾ ਸਟੇਟਸ ਖਤਮ ਹੋਣ ਜਾ ਰਿਹਾ। ਹੁਣ ਜਿਹਦਾ ਸਟੇਟਸ ਖਤਮ ਜਾ ਰਿਹਾ, ਹੁਣ ਪਬਲਿਕ ਪਾਲਿਸੀ ਉਹ ਨਵੀਂ ਉਸ ਤਰ੍ਹਾਂ ਦੀ ਨਹੀਂ ਆ ਰਹੀ ਹਲੇ ਕਿ ਤੁਹਾਡੀ ਵਰਕ ਪਰਮਿਟ ਐਕਸਟੈਂਡ ਹੋ ਸਕਦਾ ਜਿਸ ਤਰ੍ਹਾਂ ਪਿਛਲੀ ਵਾਰੀ ਆਈ ਸੀਗੀ। ਹਲੇ ਵੀ ਡੋਂਟ ਨੋ ਵੈਦਰ ਦੈਟ ਪਾਲਿਸੀ ਇਜ਼ ਕਮਿੰਗ, ਬਟ ਐਜ਼ ਆਫ ਟੂਡੇ ਤੁਹਾਨੂੰ LMIA ਲੈਣਾ ਪਏਗਾ ਜੇ ਆਪਣਾ ਸਟੇਟਸ ਮੇਨਟੇਨ ਕਰਨਾ, ਜਾਂ ਵਿਜ਼ਟਰ ਰੈਕਡ ਤੇ ਜਾਣਾ ਪਏਗਾ। ਸੋ ਕੰਸਲਟ ਕਰਨ ਵਾਸਤੇ, ਆਪਣੇ ਸਟੇਟਸ ਨੂੰ, ਆਪਣੇ ਸਰਕਮਸਟੈਂਸਿਸ ਨੂੰ ਡਿਸਕਸ ਕਰਨ ਵਾਸਤੇ ਤੁਸੀਂ ICC ਤੇ ਸਾਨੂੰ ਮਿਲ ਸਕਦੇ ਹੋ ਆ ਕੇ, ਐਂਡ ਵੀ ਕੈਨ ਅਸਿਸਟ ਯੂ ਐਂਡ ਗਾਈਡ ਯੂ। ਐਂਡ ਇੱਕ ਚੀਜ਼ ਅਸੀਂ ਸਿਮਰਤ ਜੀ ਹੋਰ ਕਹਿੰਦੇ ਆ ਕਿ ਜਦੋਂ ਵੀ ਤੁਸੀਂ ਕੰਸਲਟੇਸ਼ਨ ਲੈਣੀ ਹੈ ਨਾ, ਇੱਕ ਸਵਾਲ ਹੋਵੇ, 2 ਸਵਾਲ ਹੋਵੇ, ਤੁਸੀਂ ਸਾਨੂੰ ਫੋਨ ਕਰਕੇ ਪੁੱਛ ਸਕਦੇ ਹੋ। ਬਟ ਜੇ ਤੁਸੀਂ ਕਹੋ ਕਿ ਅਸੀਂ ਪੂਰੀ ਡੈਪਥ ਦੇ ਵਿੱਚ ਜਾ ਕੇ ਤੁਹਾਨੂੰ ਸੁਜੈਸਟ ਕਰੀਏ ਤੇ ਉਹ ਪੋਸੀਬਲ ਤਾਂ ਹੀ ਹੋ ਸਕਦਾ ਜੇ ਤੁਸੀਂ ਪੇਡ ਕੰਸਲਟੇਸ਼ਨ ਸਾਡੇ ਨਾਲ ਲੈਂਦੇ ਹੋ, ਬਿਕੋਜ਼ ਉਹਦੇ ਨਾਲ ਅਸੀਂ ਅੱਧਾ ਘੰਟਾ ਤੁਹਾਡੇ ਵਾਸਤੇ ਬਲੌਕ ਕਰ ਲੈਂਦੇ ਹਾਂ, ਤੁਹਾਡੇ ਸਾਰੇ ਡਾਕੂਮੈਂਟਸ ਟੂ ਗੋ ਥਰੂ ਕਰਦੇ ਆ, ਤੁਹਾਡੇ ਸਰਕਮਸਟੈਂਸਿਸ ਟੂ ਗੋ ਥਰੂ ਕਰਦੇ ਆ, ਦੈਨ ਵੀ ਸੁਜੈਸਟ ਯੂ ਕਿ ਭਾਈ ਦਿਸ ਇਜ਼ ਵੁੱਡ ਬੀ ਦਾ ਮੋਸਟ ਅਪਰੋਪਰੀਏਟ ਰਾਊਟ ਫॉर ਯੂ। ਸੋ ਜਿੰਨੇ ਵੀ ਸਟੂਡੈਂਟਸ ਕੈਨੇਡਾ ਦੇ ਵਿੱਚ ਹੈਗੇ ਨੇ, ਕੋਈ TR to PR ਦੀ ਐਪਲੀਕੇਸ਼ਨ ਲਗਾਈ ਹੋਈ ਹੈ ਜਾਂ ਹੁਣੇ ਨਜ਼ਰ ਨਹੀਂ ਆ ਰਿਹਾ ਕਿ ਐਕਸਪ੍ਰੈਸ ਐਂਟਰੀ ਦਾ ਅਗਲਾ ਡਰਾਅ ਕਦੋਂ ਹੋਏਗਾ, ਉਹ ਜਾਂ ਤੁਹਾਡੇ ਸਰਕਮਸਟੈਂਸਿਸ ਕਿਸ ਤਰ੍ਹਾਂ ਦੇ ਹੈਗੇ, ਤੁਸੀਂ PNP ਦੇ ਵਿੱਚ, LMIA ਦੇ ਵਿੱਚ ਤੁਹਾਨੂੰ ਆਪਸ਼ਨ ਮਿਲ ਸਕਦੀ ਹੈ ਜਾਂ ਨਹੀਂ ਮਿਲ ਸਕਦੀ, ਉਹ ਸਾਰੀਆਂ ਚੀਜ਼ਾਂ ਡਿਸਕਸ ਕਰਨ ਵਾਸਤੇ ਤੁਸੀਂ ICC ਤੇ ਸਾਨੂੰ ਕੰਟੈਕਟ ਕਰ ਸਕਦੇ ਹੋ। ਸਾਡਾ WhatsApp ਨੰਬਰ ਹੈਗਾ ਜੀ 6478509000 ਐਂਡ ਸਾਡਾ ਈਮੇਲ ID ਹੈਗਾ info@iccimmigration.ca, ਜਾਂ ਵੈਬਸਾਈਟ ਤੇ ਜਾ ਕੇ www.iccimmigration.ca ਤੇ ਜਾ ਕੇ ਤੁਸੀਂ ਆਪਣੀ ਕੰਸਲਟੇਸ਼ਨ ਬੁੱਕ ਕਰ ਸਕਦੇ ਹੋ, ਐਂਡ ਦੈਨ ਵੀ ਵਿਲ ਸ਼ੈਡਿਊਲ ਅ ਟਾਈਮ which works for both of us। ਅੱਛਾ ਮਨੂ ਜੀ, ਬਹੁਤ ਸਾਰੇ ਆਪਣੇ ਭੈਣ ਭਰਾ ਜਿਹੜੇ ਡਰਾਜ਼ ਤੇ ਡਿਪੈਂਡੈਂਟ ਹੁੰਦੇ ਨੇ ਵੀ ਹੁਣ ਡਰਾ ਆਊਗਾ ਤੇ ਸਾਡਾ ਨੰਬਰ ਲੱਗ ਜਾਵੇ। ਹੁਣ ਕਾਫੀ ਸਮੇਂ ਤੋਂ ਜਿਹੜੇ ਉਹ ਬਿਲਕੁਲ ਮੇਰੇ ਖਿਆਲ ਬੰਦ ਆ, ਤੇ ਉਹਨਾਂ ਦੀ ਹੁਣ ਕੀ ਸਥਿਤੀ ਹੈ ਡਰਾਜ਼ ਦੀ ਜਿਹੜੇ ਸਰਕਾਰ ਵੱਲੋਂ ਕੱਢੇ ਜਾਂਦੇ ਸੀ? ਬਿਲਕੁਲ ਐਕਸਪ੍ਰੈਸ ਐਂਟਰੀ ਡਰਾਜ਼ ਦੀ ਗੱਲ ਕਰ ਰਹੇ ਹੋ ਸਿਮਰਤ ਜੀ। ਅਕਤੂਬਰ ਤੋਂ ਬਾਅਦ ਕੋਈ ਡਰਾ ਆਊਟ ਨਹੀਂ ਹੋਇਆ, ਸੋ ਹੁਣ ਤਕਰੀਬਨ 4 ਮਹੀਨੇ ਹੋ ਚੁੱਕੇ ਨੇ। ਹੁਣ ਸਰਕਮਸਟੈਂਸਿਸ ਇਸ ਤਰ੍ਹਾਂ ਦੇ ਬਣੇ ਹੋਏ ਨੇ ਕਿ ਇਸ ਟਾਈਮ ਤੇ ਤਕਰੀਬਨ 1.25 ਲੱਖ ਐਪਲੀਕੇਸ਼ਨਸ ਨੂੰ ਐਪਲੀਕੈਂਟਸ ਨੂੰ ਇਨਵੀਟੇਸ਼ਨ ਦਿੱਤਾ ਹੋਇਆ। ਉਹਨਾਂ ਦੀ ਐਪਲੀਕੇਸ਼ਨ PR ਵਾਸਤੇ ਪ੍ਰੋਸੈਸ ਹੋ ਰਹੀਆਂ। ਨਾਰਮਲ ਜਿਹੜਾ ਪ੍ਰੋਸੈਸਿੰਗ ਟਾਈਮ ਹੁੰਦਾ ਸੀਗਾ ਇੱਕ ਐਪਲੀਕੇਸ਼ਨ ਆਫਿਸ IRCC ਨਾ ਇੱਕ ਹਫਤੇ ਦੇ ਵਿੱਚ ਤਕਰੀਬਨ 150 ਐਪਲੀਕੇਸ਼ਨ ਪ੍ਰੋਸੈਸ ਕਰਦੇ ਸੀਗੇ। ਅੱਜ ਦੀ ਤਰੀਕ ਦੇ ਵਿੱਚ ਦੇ ਆਰ ਪੁਟਿੰਗ ਆਲ देयर ਮਾਈਟ ਇਨਟੂ ਦਿਸ ਸਿਸਟਮ, ਐਂਡ 800 ਤੋਂ ਜ਼ਿਆਦਾ ਐਪਲੀਕੇਸ਼ਨਸ ਹਰ ਵੀਕ ਪ੍ਰੋਸੈਸ ਹੋ ਰਹੀਆਂ। ਸੋ ਗਵਰਨਮੈਂਟ ਚਾਹੁੰਦੀ ਹੈ ਕਿ ਬੈਕਲੌਗ ਖਤਮ ਕੀਤਾ ਜਾਵੇ, ਇਸੇ ਵਾਸਤੇ ਉਹ ਇੰਨੇ ਫੋਕਸਡ ਹੈਗੇ ਨੇ। 85 ਮਿਲੀਅਨ ਦਾ ਐਕਸਟਰਾ ਬਜਟ ਵੀ ਰੱਖਿਆ ਗਿਆ ਹੈਗਾ, 500 ਨਵੇਂ EMPLOYEES ਵੀ ਹਾਇਰ ਕੀਤੇ ਗਏ ਨੇ, ਐਂਡ ਬਟ
2 ਲੱਖ ਦੇ ਆਸ-ਪਾਸ ਇਸ ਟਾਈਮ ਪ੍ਰੋਫਾਈਲ ਕ੍ਰੀਏਟਡ ਹੈਗੇ ਨੇ, ਜਿਹਦੇ ਵਿੱਚ 450 ਪੁਆਇੰਟਸ ਤੋਂ ਉੱਪਰ ਤਕਰੀਬਨ 70,000 80,000 ਐਪਲੀਕੈਂਟਸ ਦੇ ਪ੍ਰੋਫਾਈਲ ਹੈਗੇ ਨੇ। ਸੋ ਅਗਲੇ 6 ਮਹੀਨੇ, ਅਗਲੇ 4 ਮਹੀਨੇ ਹੁਣ ਜੂਨ ਤੱਕ ਕੋਈ ਡਰਾ ਐਕਸਪੈਕਟਡ ਨਹੀਂ ਹੈਗਾ, ਐਂਡ ਜੂਨ ਤੋਂ ਬਾਅਦ ਡਰਾਜ਼ ਐਕਸਪੈਕਟਡ ਹੋਣਗੇ। ਇਸੇ ਕਰਕੇ ਜਿਹੜਾ 2022 ਦਾ ਜਿਹੜਾ ਟਾਰਗੇਟ ਹੈਗਾ ਐਕਸਪ੍ਰੈਸ ਐਂਟਰੀ ਦਾ, ਉਹ ਵੀ ਹਾਫ ਕਰ ਦਿੱਤਾ ਗਿਆ। ਜਿੱਥੇ 1,25,000 ਐਪਲੀਕੈਂਟਸ 1,12,000 ਦਾ ਕੋਟਾ ਰੱਖਿਆ ਗਿਆ ਸੀ, ਉਹ ਇਸ ਸਾਲ ਦਾ ਸਿਰਫ 56,000 ਦਾ ਕੋਟਾ ਰੱਖਿਆ ਗਿਆ। ਸੋ ਜਿੰਨੇ ਵੀ ਦੋਸਤ ਜਿਨ੍ਹਾਂ ਐਕਸਪ੍ਰੈਸ ਐਂਟਰੀ ਡਰਾ ਦੇ ਵਿੱਚ ਵੇਟ ਕਰ ਰਹੇ ਹੋ, ਇੱਕ ਚੀਜ਼ ਦਾ ਖਿਆਲ ਕਰੋ, ਜੇ ਤੁਹਾਨੂੰ LMIA ਮਿਲਦੀ ਹੈ, ਜੌਬ ਆਫਰ ਮਿਲਦੀ ਹੈ, ਦੈਟ ਇਜ਼ ਅ ਬਿਗ ਐਡਵਾਂਟੇਜ ਫॉर ਯੂ। ਉਹਦੇ 2 ਐਡਵਾਂਟੇजेस ਹੈਗੇ ਨੇ। ਇੱਕ ਤਾਂ ਤੁਸੀਂ ਵਰਕ ਪਰਮਿਟ ਤੇ ਕੈਨੇਡਾ ਆ ਸਕੋਗੇ, 50 ਪੁਆਇੰਟਸ ਤੁਹਾਡੇ ਪ੍ਰੋਫਾਈਲ ਦੇ ਵਿੱਚ ਐਡ ਹੋ ਜਾਣਗੇ। ਤੁਹਾਡੀ PR ਦੀ ਐਪਲੀਕੇਸ਼ਨ ਜੇ 450 ਦੇ ਬੈਠੇ ਹੋ 500 ਤੇ ਚਲੇ ਜਾਓਗੇ ਤੇ ਆਰਾਮ ਨਾਲ। ਐਂਡ ਜੇ ਕੈਨੇਡਾ 'ਚ ਆ ਕੇ ਤੁਸੀਂ 1 ਸਾਲ ਕੰਮ ਕਰਦੇ ਹੋ ਤੇ ਉਹਦੇ ਵੀ 40 ਤੋਂ 80 ਪੁਆਇੰਟ ਤੁਹਾਡੇ ਪ੍ਰੋਫਾਈਲ ਦੇ ਵਿੱਚ ਐਡ ਹੋ ਸਕਦੇ ਨੇ। ਸੋ ਤੁਹਾਡੇ PNP ਦੀਆਂ ਆਪਸ਼ਨਸ ਖੁੱਲ ਜਾਣਗੀਆਂ, ਐਕਸਪ੍ਰੈਸ ਐਂਟਰੀ ਦੀ ਅੰਡਰ CC ਆਪਸ਼ਨਸ ਕਾਫੀ ਐਕਸਪੈਂਡ ਕਰ ਜਾਣਗੀਆਂ। ਸੋ ਫॉर ਦੋਜ਼ ਸੁਜੈਸ਼ਨਸ ਸਾਨੂੰ ਕਾਲ ਕਰੋ ਐਂਡ ਵੀ ਕੈਨ ਸੁਜੈਸਟ ਯੂ ਐਂਡ ਵੀ ਕੈਨ ਗਾਈਡ ਯੂ ਲੁਕਿੰਗ ਐਟ ਯੂਰ ਪਰਟੀਕੁਲਰ ਸਰਕਮਸਟੈਂਸਸ। ਬਹੁਤ ਸਾਰੇ ਸਾਨੂੰ ਇਹੋ ਜਿਹੇ ਵੀ ਐਪਲੀਕੈਂਟਸ ਆਉਂਦੇ ਨੇ ਸਿਮਰਤ ਜੀ, ਜਿਨ੍ਹਾਂ ਨੇ 250 ਦੇ ਐਪਲੀਕੇਸ਼ਨ ਪ੍ਰੋਫਾਈਲ ਆਪਣਾ ਕ੍ਰੀਏਟ ਕੀਤਾ ਹੋਇਆ। ਜੇ ਤੁਸੀਂ ਐਜ਼ ICC ਇਮੀਗ੍ਰੇਸ਼ਨ ਨੂੰ ਕੰਟੈਕਟ ਕਰੋਗੇ, ਅਸੀਂ ਕਹਾਂਗੇ ਵੀ 250 ਤੋਂ ਤੁਹਾਡੇ ਪੁਆਇੰਟ ਪਿਕ ਹੋਣ ਦੇ ਕੋਈ ਵੀ ਚਾਂਸਸ ਨਹੀਂ ਹੈਗੇ ਬਾਹਰ ਬੈਠੇ। ਸੋ ਉਹਦੇ ਵਾਸਤੇ ਯੂ ਸ਼ੁੱਡ ਬੀ ਵਰਕਿੰਗ ਔਨ ਦੈਮ ਨਾਓ ਕਿ ਤੁਹਾਡੇ ਪੁਆਇੰਟਸ ਕਿਸ ਤਰ੍ਹਾਂ ਵੱਧ ਸਕਦੇ ਨੇ ਜਾਂ ਜੌਬ ਆਫਰ ਕਿਸ ਤਰ੍ਹਾਂ ਮਿਲ ਸਕਦੀ ਹੈ। ਐਂਡ ਅੱਜ ਦੀ ਤਰੀਕ ਦੇ ਵਿੱਚ ਈਵਨ ਲੋ ਸਕਿੱਲਸ ਦੇ ਵਿੱਚ ਹੁਣ ਆਸਟ੍ਰੇਲੀਆ ਨਿਊਜ਼ੀਲੈਂਡ ਤੋਂ ਬਹੁਤ ਸਾਰਾ ਐਪਲੀਕੈਂਟ ਇਸ ਟਾਈਮ ਕੈਨੇਡਾ ਆਉਣਾ ਚਾਹੁੰਦਾ ਹੈ, ਬਿਕੋਜ਼ ਬਹੁਤ ਸਾਰੇ ਸਾਨੂੰ ਕਾਲਸ ਇਸ ਤਰ੍ਹਾਂ ਆਉਂਦੀਆਂ ਜਿਨ੍ਹਾਂ ਨੇ ਹਸਪਿਟੈਲਿਟੀ ਦੇ ਕੋਰਸ ਕਰਨ ਗਏ ਸੀਗੇ, ਉੱਥੇ ਚੇਂਜਸ ਆ ਗਈਆਂ, ਹਸਪਿਟੈਲਿਟੀ ਤੋਂ ਛੱਡ ਕੇ ਉਹਨਾਂ ਨੇ IT ਦੇ ਡਿਗਰੀਜ਼ ਵੀ ਕਰ ਲਈਆਂ, ਬਟ ਉੱਥੇ ਇਹੋ ਜਿਹੀਆਂ ਸਰਕਮਸਟੈਂਸਿਸ ਚੇਂਜ ਹੋਏ ਕਿ ਉਹ PR ਵਾਸਤੇ ਅੱਜ ਕੁਆਲੀਫਾਈ ਨਹੀਂ ਹੋ ਰਹੇ। ਬਟ ਕੈਨੇਡਾ ਦੇ ਵਿੱਚ ਜੇ ਤੁਸੀਂ ਹਸਪਿਟੈਲਿਟੀ ਦਾ ਵੀ ਐਕਸਪੀਰੀਅੰਸ ਲੈ ਕੇ ਬੈਠੇ ਹੋ, ਤੁਹਾਡੇ ਵਾਸਤੇ ਆਪਸ਼ਨਸ ਐਗਜ਼ਿਸਟ ਕਰਦੀਆਂ ਹੈਗੀਆਂ। ਈਵਨ ਗ੍ਰੇਡ 12 ਹੈਗਾ ਆ, 55 ਇਅਰਸ ਤੋਂ ਘੱਟ ਏਜ ਹੈਗੀ ਹੈ, 1 ਸਾਲ ਦਾ ਐਕਸਪੀਰੀਅੰਸ ਹੈਗਾ, ਆਈਲੈਟ ਦੇ ਵਿੱਚ 5 ਬੈਂਡ ਲੈ ਸਕਦੇ ਹੋ ਤੇ ਤੁਸੀਂ PNP ਸਟਰੀਮਸ ਦੇ ਵਿੱਚ ਕੁਆਲੀਫਾਈ ਕਰ ਸਕਦੇ ਹੋ। ਉਹਦੇ ਵਾਸਤੇ ਗੈਟ ਇਨ ਟੱਚ ਵਿਦ ICC ਇਮੀਗ੍ਰੇਸ਼ਨ। ਸਾਡਾ ਫੋਨ ਨੰਬਰ ਹੈਗਾ ਜੀ 905 461 2424, WhatsApp ਨੰਬਰ ਹੈਗਾ 647 850 9000 and email ID ਹੈਗਾ info@iccimmigration.ca and even website ਤੇ www.iccimmigration.ca ਤੇ ਜਾ ਕੇ ਤੁਸੀਂ ਆਪਣੀ ਅਪਾਇੰਟਮੈਂਟ ਸ਼ੈਡਿਊਲ ਕਰ ਸਕਦੇ ਹੋ ਤਾਂ ਕਿ ਅਸੀਂ ਤੁਹਾਨੂੰ ਸੁਜੈਸਟ ਕਰ ਸਕੀਏ ਤੁਹਾਡੇ ਵਾਸਤੇ ਕਿਹੜੀਆਂ ਆਪਸ਼ਨ ਐਗਜ਼ਿਸਟ ਕਰਦੀਆਂ। ਮਨੂ ਜੀ, ਅੱਜ ਦੇ ਪ੍ਰੋਗਰਾਮ ਵਿੱਚ ਇੰਨੀ ਬਹੁਮੁੱਲੀ ਜਾਣਕਾਰੀ ਦਰਸ਼ਕਾਂ ਦੇ ਨਾਲ ਸਾਂਝੀ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਵੈਰੀ ਮਚ ਸਿਮਰਤ ਜੀ, ਇਟਸ ਆਲਵੇਜ਼ ਅ ਪਲੇਜ਼ਰ। ਧੰਨਵਾਦ। ਤੁਸੀਂ ਦੇਖ ਰਹੇ ਸੀ ਇਮੀਗ੍ਰੇਸ਼ਨ ਗੁਰੂ। ਅਗਲੇ ਹਫਤੇ ਫਿਰ ਤੁਹਾਡੇ ਲਈ ਨਵੀਂ ਇਮੀਗ੍ਰੇਸ਼ਨ ਟਿਪਸ ਲੈ ਕੇ ਹਾਜ਼ਰ ਹੋਵਾਂਗੇ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।